ਸ਼ਲੋਕ ਮਹੱਲਾ ਦੂਜਾ। ਮੰਤਰੀ ਹੋਏ ਅਠੂਹਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਮਹਾਰਾਜ ਦੀ ਮਿਹਰ ਨਾਲ ਆਪਾਂ ਇਹ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਕਰ ਰਹੇ ਹਾਂ ਅਤੇ ਮਹਾਨ ਲਾਹਾ ਲੈ ਰਹੇ ਹਾਂ। ਅੱਜ ਵੀ ਗੁਰਬਾਣੀ ਦੁਆਰਾ ਹੀ ਗੁਰਮਤਿ ਵਿਚਾਰਾਂ ਕਰਕੇ ਮਹਾਨ ਲਾਹਾ ਹਾਸਲ ਕਰਨ ਲਈ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਤਥਾ ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਦੇ ਹੋਏ ਸੰਗਤ ਰੂਪ ਵਿੱਚ ਹੀ ਗੁਰੂ ਮਹਾਰਾਜ ਦੇ ਚਰਨ ਸ਼ਰਨ ਵਿੱਚ ਜੁੜੇ ਬੈਠੇ ਹਾਂ। ਕੀਰਤਨ ਤੋਂ ਉਪਰੰਤ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਜੋ ਇਹ ਪਾਵਨ ਪਵਿੱਤਰ ਸ਼ਲੋਕ ਉਪਦੇਸ਼ਮਈ ਉਚਾਰਨ ਹੋਇਆ ਹੈ, ਬਾਬਾ ਬੁੱਢਾ ਸਾਹਿਬ ਜੀ ਦੇ ਪ੍ਰਥਾਏ ਉਹ ਆਪਾਂ ਹੁਣੇ ਪਾਠ ਰੂਪ ਵਿੱਚ ਸੁਣਿਆ ਹੈ। ਇਸ ਦੇ ਉਚਾਰਨ ਦਾ ਜਿਹੜਾ ਸਬਬ ਹੈ ਉਹ ਕਿਸ ਤਰ੍ਹਾਂ ਬਣਿਆ, ਯਾਨੀ ਕਿ ਸ਼ਬਦ ਦਾ ਉਚਾਰਨ ਦਾ ਅਚਾਨਕ ਕਿਵੇਂ ਸ਼ਬਦ ਉੱਠਿਆ ਹੈ। ਉਹ ਇਤਿਹਾਸ ਵਿੱਚ ਆਉਂਦਾ ਹੈ। ਇਸ ਵੇਲੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਤੋਂ ਗੁਰਤਾ ਗੱਦੀ ਦੀ ਪ੍ਰਾਪਤ ਕਰਕੇ ਆਪ ਜੀ ਉਹਨਾਂ ਦੀ ਆਗਿਆ ਨਾਲ ਖਡੂਰ ਸਾਹਿਬ ਵਿੱਚ ਆਪ ਨਿਵਾਸ ਕੀਤਾ ਸੀ। ਵੈਸ਼ ਖਡੂਰੇ ਜੋਤ ਜਗਾਈ। ਦਿੱਲੀ ਦਾ ਪਾਤਸ਼ਾਹ ਜੋ ਉਸ ਵੇਲੇ ਹਮਾਊਂ ਸੀ, ਇਤਿਹਾਸ ਵਿੱਚ ਲਿਖਿਆ ਹੈ। ਸ਼ੇਰ ਸ਼ਾਹ ਸੂਰੀ ਨੇ ਇਹਨੂੰ ਬੜੀ ਭਾਰੀ ਸ਼ਿਕਸਤ ਦਿੱਤੀ ਹੈ ਤੇ ਇਹਨੂੰ ਭਜਾ ਦਿੱਤਾ ਹੈ। ਫਿਰ ਇਹ ਆਪਣੇ ਵਜ਼ੀਰਾਂ ਨੂੰ ਕਹਿਣ ਲੱਗਿਆ ਵੀ ਗੁਰੂ ਨਾਨਕ ਸਾਹਿਬ ਜੀ ਦਾ ਵਰ ਰੂਪ ਬਚਨ ਸੀ ਵੀ ਤੁਹਾਡਾ ਪੁੱਛ ਦਰ ਪੁੱਛ ਰਾਜ ਭਾਗ ਚਲੇਗਾ। ਇਹ ਵੀ ਗੁਰੂ ਕਾ ਬਚਨ ਨਹੀਂ ਸਫਲ ਹੋਇਆ ਹੈ। ਇਹ ਤਾਂ ਬਾਬਰ ਤੋਂ ਬਾਅਦ ਹੀ ਇਹ ਰਾਜ ਭਾਗ ਚਲਿਆ ਗਿਆ, ਜਦ ਦੂਜੀ ਪੁਸਤੀ ਦੂਜੀ ਪੀੜ੍ਹੀ ਚਲਿਆ ਗਿਆ ਹੈ। ਸੋ ਜੀ ਨੇ ਦੱਸ ਦਿੱਤਾ ਵੀ ਗੁਰੂ ਨਾਨਕ ਸਾਹਿਬ ਤਾਂ ਜੋਤੀ ਜੋ ਸਮਾ ਗਏ। ਉਹਨਾਂ ਦੇ ਗੁਰਤਾ ਗੱਦੀ ਦੇ ਤਖਤ ਉੱਪਰ ਸੁਣਿਆ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਸੁਸ਼ੋਭਿਤ ਹੋ ਗਏ ਨੇ। ਕਹਿਣ ਲੱਗੇ ਚਲੋ ਕੋਈ ਹੋਇਆ, ਉਹ ਵੀ ਉਹਨਾਂ ਦਾ ਰੂਪ ਹੀ ਹੈ। ਉਹ ਨਿਸ਼ਾ ਕਰਨਗੇ, ਇਹ ਕਾਰਨ ਦੱਸਣਗੇ। ਇਸ ਤਰ੍ਹਾਂ ਫਿਰ ਇਹ ਖਡੂਰ ਸਾਹਿਬ ਵਿਖੇ ਆਇਆ ਹੈ। ਗੁਰੂ ਮਹਾਰਾਜ ਜੀ ਉਸ ਵੇਲੇ ਇਹਦੇ ਅੰਦਰ ਕੋਈ ਹਉਮੈ ਹੰਕਾਰ ਵੀ ਸੀ, ਉਹਨੂੰ ਦੂਰ ਕਰਨ ਵਾਸਤੇ ਗੁਰੂ ਮਹਾਰਾਜ ਨੇ ਐਸਾ ਕੀਤਾ ਹੈ। ਛੋਟੇ ਛੋਟੇ ਜਿਹੜੇ ਬੱਚੇ ਹੈ ਉਹਨਾਂ ਨਾਲ ਮਿਲੇ ਹੋਏ ਗੁਰੂ ਮਹਾਰਾਜ ਜੀ ਉਹ ਗੁਰਮੁਖੀ ਅੱਖਰ ਪੜ੍ਹਾ ਰਹੇ ਤੇ ਖੇਡ ਰਹੇ ਹਨ। ਇਹਦੇ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ ਹੈ, ਝਾਕੀ ਨਹੀਂ ਹੈ। ਇਹ ਫਿਰ ਖੜਾ ਹੀ ਰਿਹਾ ਹੈ। ਖੜੇ ਖੜੋਤੇ ਨੂੰ ਫਿਰ ਮਨ ਵਿੱਚ ਹੰਕਾਰ ਗੁੱਸਾ ਆਇਆ ਹੈ ਵੀ ਦੇਖੋ ਮੈਂ ਆਇਆ ਹਾਂ, ਕੋਈ ਜੀ ਆਇਆ, ਕੋਈ ਸਤਿਕਾਰ ਦਾ ਲਫ਼ਜ਼ ਕਹਿਣਾ ਕਿਧਰੇ ਰਹਿ ਗਿਆ, ਮੇਰੇ ਵੱਲ ਝਾਕੇ ਨਹੀਂ। ਜੇ ਮੈਂ ਚਾਹਾਂ ਤਾਂ ਭਾਵੇਂ ਚੋਂ ਸ੍ਰੀ ਸਾਹਿਬ ਕੱਢਾਂ ਤੇ ਇਹਨਾਂ ਦੇ ਗਲਤੇ ਮਾਰਾਂ, ਸਿਰ ਤੋਂ ਥਲ ਵੱਖਰਾ ਕਰਦਿਆਂ, ਫਿਰ ਇਹਨਾਂ ਨੂੰ ਪਤਾ ਚੱਲੇ ਵੀ ਇਸ ਤਰ੍ਹਾਂ ਵੜਿਆਂ ਨਾਲ ਕਿਵੇਂ ਕਰੀਦਾ ਹੈ। ਇਸ ਤਰ੍ਹਾਂ ਦਾ ਖਿਆਲ ਜਿਹਾ ਕਰਕੇ ਜਦੋਂ ਇਹ ਮੁੱਠਾ ਜਿਹਾ ਕਿਰਪਾਨ ਦਾ ਉਹਦੇ ਵਿੱਚ ਹੱਥ ਜਿਹਾ ਪਾ ਕੇ ਤੇ ਮਿਆਨ ਵਿੱਚੋਂ ਬਾਹਰ ਕੱਢਣ ਲਈ ਯਤਨ ਕਰ ਰਿਹਾ ਹੈ, ਮਹਾਰਾਜ ਦੀ ਕਲਈ ਐਸੀ ਵਰਤ ਗਈ ਹੈ, ਮੁੱਠੇ ਉੱਪਰ ਹੱਥ ਤੇ ਹੀ ਜੰਮ ਗਿਆ ਹੈ, ਨਾ ਤਾਂ ਨਾ ਠਾਂ। ਫਿਰ ਮਹਾਰਾਜ ਵੀ ਉਸ ਵੇਲੇ ਝੱਕ ਕੇ ਕਹਿਣ ਲੱਗੇ ਉਹ ਹਮਾਊਂ ਪਾਤਸ਼ਾਹ ਜਿੱਥੇ ਇਹ ਸ੍ਰੀ ਸਾਹਿਬ ਖਿੱਚ ਕੇ ਬਾਹਰ ਚਲਾਉਣੀ ਸੀ, ਉੱਥੇ ਤਾਂ ਭਗੌੜਾ ਹੋ ਕੇ ਕਹਿ ਡਰਪੋਕ ਹੋ ਕੇ ਭੱਜਿਆ।
ये जो गुरु नानक की गद्दी फकीरां की गद्दी है, उससे भी किरपाना कड़ कड़ के दिखाना है। शर्म तो नहीं थानू आती माड़ी मोटी? कहने लगे महाराज गलती हो गई। हुण महाराज तुहाडी ये बख्शिश की हुई महाराज खत्म हो रही है। इसका कारण पुछना आया भी दूजी पीढ़ी में ही क्यों राज भाग चलिया गया है। उस वेले गुरु अंगद साहब जी कहने लगे भी तू बहुत बड़ी गलती कर रहा है। गुरु नानक साहब जी ने वचन कहे सी जिन्ना चिर गरीबां नूं तंग करोगे, अन्याय नहीं करोगे, उन्ना चिर राज भाग रहूगा। जदों अन्याय करन लगे तिंगो जोरी करन लगे फिर नहीं। तू भी हुण अपने वाली झाती मार के देख ला भी की कुछ कर रहा है। शराबा कबाबा पी पू के किवें बदमाशियां करदा है, किवें गरीब लोकां दी इस्त्रियां दी इज्जत लोना है, किवें तिंगो जोरी करदा विषय पामर बन के। ये भी फिर जो वचन सी वो संसार कला बरत गई है। ये छड़दे बुराइयां करनियां, बदमाशियां करनियां, शराबा पीनियां, उन्हें फिर राज भाग आ जाएगा। उस वेले महाराज ने कहा है भी चंगा हुण तू इधर अरब ईरान वाली बाहरले देशों में चलिया जा, उतो थोड़ी बहुती फौज इकट्ठी करके ते शेर शाह सूरी उपर हल्ला बोल दे। गुरु नानक साहब कला बरताउणगे, वो भगौड़ा हो जाएगा, तेरा राज भाग फिर कायम हो जाएगा। गुरु महाराज तो ये बख्शिश लैके फिर गया है। और जिमें कहा सी उवें इन्हें किस्ता है। इधर दिल्ली का तख्त जिहदे कोल होवे ते लखां की तादाद विच फौज होवे, हुण ओहदा बल ज्यादा कि इहदा है, पर गुरु नानक दे वचनां दा बल ज्यादा है। तो इस करके वो ऐसी कला बरती है। और शेर शाह जी फौजां दे छक्के छडाते, वो थोड़ियां जिहियां फौजां ने भजना पै गई इन्हां दियां। दिल्ली का तख्त छड़ के वड़ गया है। ये फिर राज भाग का मालिक हो गया है। इस तरह जिथे किथे फिर सुनिया गया भी गुरु अंगद साहब जी ने भी हवाऊं पातशाह सी, हुण भी दोबारा राज भाग दोबारता है, शोहरत फैलनी सी। इस करके सिख संगतां दे हर वक्त ही बस खडूर साहब जोड़ मेले लगे रहिंदे आ। हजारां ही संगतां जत्थे बन के आउंदियां, हजारां जांदियां ना। जिधर किधर महाराज जांदे उधर मगर मगर। इत्थे खडूर दे विच खैरे गोर दे जिहड़े जिमीदार है ना, उन्हां दा एक गुरु रहिंदा सी। एक कन्न पटा जिहा सी, इहनूं तपा तपा करके कहंदे सन। ये जंतर मंतर ती धागे हथौले जे बड़े करने जानदा सी। बाइयां बच्चियां नूं लै जांदियां, रोंदा हुंदा वो कर दिंदा कोई। इसे तरह जे कोई खसरे खुसरे जे निकले आउंदे, जिन्ने हो जांदे उन्हां दे झाड़े चूड़े जे कर दिंदा, वो ठीक ठाक हो जांदे। इहदा बड़ा तकड़ा ठकठका चलिया होया सी। बहुत इहनूं लोक मनदे सन। वो एक बारी ऐसा होया है, बारिश बंद हो गई, खेतियां कमलाण लगियां, मुरझाण लगियां हन। वो जिमीदार खैरे गोर दे आपो विच विचारां करन लगे भी ये बारिश नहीं पैंदी है, इस तरह तो बई खेतियां सुक जाणगियां, काल पै जाएगा, अनाज होना नहीं, मरां ते हम भुखे ते अजे मरांगे, खत्म होवांगे। पिछों कुछ ऐसे सन कहन लगे भी अपने आ नगर विच एक कनपाटा जोगी तपा रहिंदा है। उन्हें कहंदा मैं बड़े छिले कढे होए है, मैं धागे सूते नाल आ कर दिंदा, वो कर दिंदा। साडियां घर वालियां बच्चे लैके उन्हां कोल चले जांदियां, वो कर दिंदा हथौले थोड़े जे, बड़ा जस कर दियां भी वो बड़ा मंत्री है, बहुत तकड़ा मांदरी है। ते आपां उहनूं कहो भी तुसीं कोई जी भी तपा जी कोई मंत्र पढ़ो, मींह पै जाए, ये गल तां ठीक है। वो 5-7 होर रल गए ने,
ਤੇ ਪੰਚਾਇਤ ਰੂਪ ਵਿੱਚ ਬੰਠਣ ਕੇ ਤੇ ਤਪੇ ਕੋਲ ਗਏ ਨੇ ਤੇ ਜਾ ਬੇਨਤੀ ਕੀਤੀ ਹੈ। ਕਹਿੰਦੇ ਜੀ ਤੁਹਾਡੀ ਬੜੀ ਸਿਫਤ ਸੁਣਦੇ ਹਾਂ, ਤੁਸੀਂ ਬੜੇ ਛੁਰੇ ਛੁਰੇ ਕੱਢੇ ਆ, ਮੰਤਰ ਜੰਤਰ ਵੀ ਧਾਗੇ ਕਰਨੇ ਜਾਣਦੇ ਹੋ, ਹੋਰ ਤਾਂ ਸਾਰੇ ਕਾਰਜ ਰਾਸ ਹੋ ਜਾਂਦੇ। ਹੁਣ ਆ ਮੀਂਹ ਨਹੀਂ ਪੈਂਦਾ, ਇਹ ਮੀਂਹ ਪਵਾਓ, ਇਹ ਕਾਰਜ ਰਾਸ ਕਰੋ। ਉਸ ਵੇਲੇ ਫਿਰ ਜੋ ਗੁਰੂ ਅੰਗਦ ਸਾਹਿਬ ਜੀ ਨਾਲ ਅੰਤਰ ਖਾਤੇ ਤੀਰਖਾ ਕਰਦਾ ਸੀ, ਕਿਉਂਕਿ ਇਹਨੂੰ ਆਪਣੀ ਸਿੱਖੀ ਸੇਵਕ ਦਾ ਫਿਕਰ ਸੀ ਕਿ ਕਿਤੇ ਇਹ ਜਿਹੜੇ ਖਹਿਰੇ ਗੋਦ ਇਹ ਵੀ ਉਧਰ ਜ਼ਿਆਦਾ ਕੱਟਦੇ ਕਿ ਉਹ ਮੈਨੂੰ ਨਾ। ਇਹਨੇ ਸਮਝਿਆ ਵੀ ਹੁਣ ਮੌਕਾ ਹੈ। ਕਹਿਣ ਲੱਗਾ ਵੀ ਮੀਂਹ ਨਹੀਂ ਤੁਹਾਡੇ ਪੈ ਸਕਦਾ ਹੈ। ਹੁਣ ਕੀ ਹੈ, ਕਿਤੇ ਵੀ ਨਹੀਂ ਪੈ ਸਕਦਾ ਹੈ। ਕਹਿੰਦੇ ਮਹਾਰਾਜ ਕਾਰਨ ਕੀ ਹੈ? ਕਹਿੰਦੇ ਦੇਖੋ ਤੁਹਾਡੇ ਪਿੰਡ ਵਿੱਚ ਕਿੱਡਾ ਵੱਡਾ ਪੱਥਰ ਹੋ ਰਿਹਾ ਹੈ, ਕਿਤੇ ਹੋਣਾ ਹੈ? ਇਹ ਖੋਲ ਕੇ ਦੱਸੋ। ਕਹਿੰਦੇ ਉਹ ਗ੍ਰਸਤੀ ਬਣ ਕੇ ਇਹ ਲੋਕਾਂ ਤੋਂ ਮੱਥੇ ਟਿਕਾਈ ਜਾਂਦੇ ਆ, ਪੂਜਾ ਲਈ ਜਾਂਦੇ ਆ ਗੁਰੂ ਅੰਗਦ ਸਾਹਿਬ। ਠੀਕ ਹੈ ਵੀ ਤੁਸੀਂ ਜਿੰਨੇ ਮੇਰੇ ਸਿੱਖ ਸੇਵਕ ਆ, ਤੁਸੀਂ ਤਾਂ ਨਹੀਂ ਉੱਥੇ ਜਾਂਦੇ, ਨਾ ਉਹਨਾਂ ਨੂੰ ਮੰਨਦੇ, ਪਰ ਫਿਰ ਵੀ ਬਾਹਰੋਂ ਲੋਕ ਆ ਕੇ ਉਹਨਾਂ ਦੀ ਪੂਜਾ ਕਰਦੇ ਆ। ਇਹ ਉਹਨਾਂ ਨੂੰ ਗ੍ਰਸਤੀਆਂ ਨੂੰ ਮੱਥੇ ਟੇਕੇ ਜਾਂਦੇ। ਇਦੋਂ ਵੱਡਾ ਉਪਦਰਵ ਕੀ ਹੋਣਾ ਹੈ? ਕਹਿੰਦੇ ਮਹਾਰਾਜ ਫੇਰ? ਕਹਿੰਦੇ ਫੇਰ ਕੀ ਹੈ ਵੀ ਜਿੰਨਾ ਚਿਰ ਉਹ ਖਡੂਰ ਵਿੱਚ ਰਹਿਣਗੇ ਉਹਨਾਂ ਚਿਰ ਮੀਂਹ ਨਹੀਂ ਪੈਣਾ ਹੈ। ਉਹਨਾਂ ਨੂੰ ਤੁਸੀਂ ਇੱਥੋਂ ਬਾਹਰ ਕੱਢੋ, ਫੇਰ ਕੋਈ ਯਤਨ ਕਰਾਂਗੇ, ਮੰਤਰ ਫੁਰੇਗਾ, ਮੀਂਹ ਪੈ ਜਾਏਗਾ। ਉਹ ਖਹਿਰੇ ਗਾਂਵ ਦੇ ਜ਼ਿਮੀਦਾਰ ਇਕੱਠੇ ਹੋ ਕੇ ਮਹਾਰਾਜ ਕੋਲ ਆ ਗਏ। ਕਹਿਣ ਲੱਗੇ ਮਹਾਰਾਜ ਇੱਥੋਂ ਚਲੇ ਜਾਓ। ਮਹਾਰਾਜ ਕੀ ਕਾਰਨ ਹੈ ਵੀ ਕਿਉਂ ਚਲੇ ਜਾਈਏ? ਕੋਈ ਗੱਲਬਾਤ ਤਾਂ ਦੱਸੋ। ਕਦੇ ਮਹਾਰਾਜ ਤੁਹਾਡੇ ਇੱਥੇ ਰਹਿਣ ਕਰਕੇ ਨਾ ਬੜਾ ਪੱਧਰ ਹੋ ਰਿਹਾ, ਮੀਂਹ ਨਹੀਂ ਪੈ ਰਿਹਾ ਹੈ। ਅੱਜ ਸਾਡੇ ਆ ਕੰਨ ਪਾਟੇ ਤਪੇ ਜੋਗੀ ਨੇ ਮਹਾਰਾਜ ਸਾਨੂੰ ਦੱਸਿਆ ਹੈ ਵੀ ਤੁਸੀਂ ਗ੍ਰਸਤੀ ਬਣ ਕੇ ਮੱਥੇ ਟਿਕਾਉਣੇ ਹੋ, ਘਰ ਵਾਰੀ ਹੋ ਕੇ ਕੁਝ ਕਰਦੇ ਹੋ, ਇਸ ਕਰਕੇ ਮਹਾਰਾਜ ਇਹ ਬਾਰਿਸ਼ ਨਹੀਂ ਪੈ ਰਹੀ। ਭਾਵੇਂ ਮਹਾਰਾਜ ਨੇ ਸਮਝਾਉਣ ਦੀ ਗੱਲ ਕਹੀ ਇਹਨਾਂ ਨੂੰ। ਇਹ ਦੇਖੋ ਸਾਨੂੰ ਇੱਥੇ ਆਇਆ ਕਾਫੀ ਸਮਾਂ ਹੋ ਗਿਆ ਹੈ, ਪਿਛਲੇ ਸਾਲਾਂ ਵਿੱਚ ਵੀ ਸਮੇਂ ਸਮੇਂ ਅਨੁਸਾਰ ਬਾਰਿਸ਼ ਪੈਂਦੀ ਰਹੀ ਹੈ, ਹੁਣ ਵੀ ਪੈ ਜਾਏਗੀ। ਪਰਮੇਸ਼ਰ ਨੂੰ ਸਾਰਿਆਂ ਦਾ ਫਿਕਰ ਫਾਕਾ ਹੈਗਾ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਸੀ ਹੈ। ਸਿਰ ਸਿਰ ਇੱਕ ਸਮਾਹੇ ਠਾਕਰ ਕਾਹੇ, ਮਨ ਭਉ ਕਰਿਆ ਔਰ ਸਭ ਦਾ ਪ੍ਰਬੰਧ ਕਰਦਾ ਹੈ। ਅਰੇ ਉਹਦੇ ਚੁੱਕੇ ਹੋਏ ਸੀ, ਇਹ ਕੋਈ ਵੀ ਸੁਣਨ ਨੂੰ ਤਿਆਰ ਨਹੀਂ। ਕਹਿੰਦੇ ਜੀ ਅਸੀਂ ਨਹੀਂ ਇਹੋ ਜਿਹੀਆਂ ਗੱਲਾਂ ਸੁਣਨੀਆਂ ਜਾਣਦੇ, ਬਸ ਇੱਥੋਂ ਤੁਰ ਜਾਓ, ਨਿਕਲ ਜਾਓ। ਮਹਾਰਾਜ ਕਹਿੰਦੇ ਵੀ ਚੰਗਾ ਵੀ ਜੇ ਸਾਡੇ ਜਾਣ ਕਰਕੇ ਇੱਥੇ ਬਾਰਿਸ਼ ਪੈਂਦੀ ਹੈ, ਸਾਨੂੰ ਕੀ ਹੈ? ਅਸੀਂ ਕਿਤੇ ਪਹਿਲਾਂ ਦੇ ਨਿਵਾਸੀ, ਇੱਥੇ ਤਾਂ ਸਾਡੀ ਸ਼ਾਦੀ ਹੋਈ ਸੀ। ਉਧਰ ਲਾਂਗੇ ਦੀ ਸਰਾਹ ਉਹ ਮੁਗਲਾਂ ਦੀ ਬਲੋਚਾਂ ਦੀ ਧਾੜ ਆ ਗਈ ਸੀ, ਕੁਛ ਐਸਾ ਪਾਣਾ ਪਰਤ ਗਿਆ ਸੀ, ਜਿਸ ਕਰਕੇ ਅਸੀਂ ਵੀ ਇੱਥੇ ਆ ਗਏ। ਸਾਡਾ ਨਿੱਜੀ ਸਥਾਨ ਤਾਂ ਇਹ ਨਹੀਂ ਹੈ। ਉਸ ਵੇਲੇ ਫਿਰ ਬਾਬਾ ਬੁੱਢਾ ਸਾਹਿਬ ਨੂੰ ਉਹ ਗੁੱਸਾ ਜਾਤਾ ਆਇਆ ਵੀ ਇਹਨਾਂ ਨੂੰ ਕੋਈ ਬੜਾ ਮੋਟਾ ਕੋਈ ਦਿਖਾਈਏ। ਪਰ ਗੁਰੂ ਅੰਗਦ ਸਾਹਿਬ ਜੀ ਦੇ ਵੱਲੀ ਵੇਖ ਕੇ ਫਿਰ ਉਹ ਠਹਿਰ ਗਏ ਵੀ ਜਦੋਂ ਸਮਰੱਥ ਨਹੀਂ ਕੁਝ ਕਹਿੰਦੇ, ਆਪਾਂ ਕੀ ਕਹੀਏ। ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਨੀਵੀਂ ਜੀ ਪਾ ਕੇ ਗੁਰਸਿੱਖਾਂ ਤੋਂ ਮਹਾਰਾਜ ਪਣ ਚੁਕਾ ਕੇ ਜਿੱਥੇ ਉਹ ਖਾਨਪੁਰ ਦੀ ਝਿੜੀ ਹੈ ਨਾ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸ਼ਾਹਪੁਰੀ ਸਾਹਿਬ ਸ਼ਸ਼ੋਭਤ ਹੈ, ਇੱਥੇ ਝਿੜੀ ਵਿੱਚ ਮਹਾਰਾਜ ਜੀ ਆ ਗਏ ਨੇ। ਉਹ ਜੰਗਲ ਵਿੱਚ ਹੀ ਮੰਗਣ ਲੱਗ ਪਏ ਨੇ। ਉੱਥੇ ਸਿੱਖ ਸੰਗਤਾਂ ਆਉਣ ਜਾਣ ਲੱਗ ਪਈਆਂ। ਇੱਧਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਗੋਇੰਦਵਾਲ ਗਏ ਹੋਏ ਸਨ। ਜਦੋਂ ਵਾਪਸ ਆਏ ਹਨ, ਦੇਖਿਆ ਹੈ ਉਹ ਸਾਰਾ ਇਹ ਸਥਾਨ ਸੁੰਨਾ ਪਿਆ ਹੈ। ਇੱਕ ਦੋ ਤੋਂ ਪੁੱਛਿਆ ਵੀ ਗੁਰੂ ਅੰਗਦ ਸਾਹਿਬ ਜੀ ਕਿੱਧਰ ਚਲੇ? ਉਹ ਸਿਆਣੇ ਸਨ, ਉਹ ਕਹਿਣ ਲੱਗੇ ਕੀ ਦੱਸੀਏ ਜੀ, ਆ ਜਿਹੜਾ ਕੰਨ ਪਾਟਾ ਹੈ ਨਾ ਜੋਗੀ, ਇਹਨੇ ਐਸੀ ਸਾਜ਼ ਘੜੀ ਹੈ, ਐਸੀ ਅਖਰੇ ਜ਼ਿਮੀਦਾਰ ਨੂੰ ਚੁੱਕ ਦਿੱਤੀ ਹੈ, ਗੁਰੂ ਮਹਾਰਾਜ ਨੂੰ ਇੱਥੋਂ ਕਢਵਾ ਦਿੱਤਾ ਹੈ।
ਕਹਿੰਦਾ ਵੀ ਉਹਨਾਂ ਦੇ ਰਹਿਣ ਕਰਕੇ ਮੀਂਹ ਨਹੀਂ ਪੈਂਦਾ ਹੈ। ਕਹਿੰਦੇ ਵੀ ਫਿਰ ਮਾਰੇ ਤਾਂ ਚਲੇ ਗਏ ਕਿ ਮੀਂਹ ਪੈ ਗਿਆ ਹੈ। ਕਹਿੰਦੇ ਮੀਂਹ ਕੀ ਪੈਣਾ। ਫਿਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿਣ ਲੱਗੇ ਵੀ ਉਹ ਤਾਂ ਸਮਰੱਥ ਸਨ, ਜੋ ਚਾਹੁਣ ਤਾਂ ਕਰ ਸਕਦੇ ਸਨ। ਉਹ ਤਾਂ ਅਜਰ ਸ਼ਕਤੀਆਂ ਨੂੰ ਝਰਨਾ ਹੈ, ਗੁਰੂ ਨਾਨਕ ਸਾਹਿਬ ਦਾ ਬਚਨ ਹੈ, ਉੱਥੇ ਤੇ ਫੁੱਲ ਚੜਾ ਰਹੇ। ਇਹ ਤਾਂ ਜਿਹੜਾ ਮੀਂਹ ਮੌਜਾ ਹੈ ਉਹ ਤਾਂ ਗੁਰੂ ਕੇ ਸੇਵਕ ਹੀ ਪਵਾ ਸਕਦੇ ਹੈ, ਜੇ ਗੁਰੂ ਕੇ ਸੇਵਕਾਂ ਦਾ ਤੁਸੀਂ ਬਚਨ ਮੰਨ ਲਓ। ਇਹ ਕਹਿਣ ਲੱਗੇ ਜੀ ਸਾਨੂੰ ਤਾਂ ਜਿਹੜਾ ਮੀਂਹ ਪਵਾ ਲਿਆ ਅਸੀਂ ਜ਼ਰੂਰ ਉਹਦਾ ਬਚਨ ਮੰਨਾਂਗੇ, ਸਾਨੂੰ ਤਾਂ ਮੀਂਹ ਦੀ ਲੋੜ ਹੈ। ਜੋਗੀ ਦਾ ਬਚਨ ਇਸੇ ਲਈ ਮੰਨਿਆ ਸੀ ਮੀਂਹ ਪੈ ਜਾਏ, ਹੁਣ ਪਿਆ ਨਹੀਂ ਹੈ। ਪਰ ਕਹਿੰਦੇ ਵੀ ਚੰਗਾ ਦਿਨ ਥੋੜਾ ਰਹਿੰਦਾ ਹੈ, ਤੇ ਛੇਤੀ ਕਰ ਲਓ ਵੀ ਉਹ ਆਪਣੇ ਜਾ ਕੇ ਤਪੇ ਨੂੰ ਬੇਨਤੀ ਕਰੋ ਤੇ ਆਖੋ ਮਹਾਰਾਜ ਨਗਰ ਤੋਂ ਬਾਹਰ ਖੇਤਾਂ ਵਿੱਚ ਚੱਲੋ। ਵੀ ਜਦੋਂ ਤੁਸੀਂ ਖੇਤਾਂ ਵਿੱਚ ਬੇਨਤੀ ਕਰਕੇ ਲੈ ਜਾਓਗੇ ਨਾ, ਉਸੇ ਵੇਲੇ ਜਿਸ ਖੇਤ ਵਿੱਚ ਤੁਹਾਡੇ ਜੋਗੀ ਦੇ ਚਰਨ ਪੈਣਗੇ ਉਸ ਖੇਤ ਵਿੱਚ ਵੀ ਮੋਹਲੇ ਤਾਰ ਬਾਰਿਸ਼ ਪਵੇਗੀ। ਫਿਰ ਦੂਸਰੇ ਵਿੱਚ ਲੈ ਜਾਓ, ਉੱਥੇ ਹੋ ਜਾਏਗੀ। ਜਿਸ ਜਿਸ ਖੇਤ ਵਿੱਚ ਤੁਹਾਡੇ ਉਹਦੇ ਚਰਨ ਜਾਣਗੇ ਬਸ ਉੱਥੇ ਉੱਥੇ ਬਾਰਿਸ਼ ਪੈ ਜਾਏਗੀ। ਜਦੋਂ ਐਸਾ ਸੁਣਿਆ ਕਹਿੰਦੇ ਇਹ ਤਾਂ ਵੀ ਸੌਖਾ ਹੀ ਹੈ ਜਤਨ। ਉਹ 5-10 ਗਏ ਨੇ, ਕਹਿਣ ਲੱਗੇ ਜੀ ਤਪਾਰੀ ਬੇਨਤੀ ਮੰਨੋ ਬਾਹਰ ਚਲੋ ਖੇਤਾਂ ਵਿੱਚ। ਇਹ ਕਹਿੰਦਾ ਮੈਂ ਨਹੀਂ ਜਾਂਦਾ ਜੁੰਦਾ ਹੈ। ਕਹਿੰਦੇ ਮਹਾਰਾਜ ਤੁਹਾਡੇ ਜਾਣ ਕਰਕੇ ਬਾਰਿਸ਼ ਉਹ ਵੀ ਪਈ ਨਹੀਂ ਹੈ, ਸਾਨੂੰ ਕਿਸੇ ਨੇ ਜਤਨ ਦੱਸਿਆ ਹੈ, ਨਹੀਂ ਤਾਂ ਫਿਰ ਤੁਸੀਂ ਪਵਾਓ ਬਾਰਿਸ਼। ਇਹ ਥੋੜਾ ਜਿਹਾ ਔਖਾ ਜਿਹਾ ਹੋ ਕੇ ਬੋਲਿਆ, ਕਹਿੰਦਾ ਕਿ ਮੇਰੀ ਮੁੱਠੀ ਵਿੱਚ ਥੋੜਾ ਬਾਰਿਸ਼ ਹੈਗੀ ਹੈ, ਕੋਈ ਮਾੜਾ ਮੋਟਾ ਮੰਤਰ ਪੜੂੰਗਾ, ਛਿਲਾ ਕੱਢੂੰਗਾ, ਫਿਰ ਬਾਰਿਸ਼ ਪੈ ਜਾਏਗੀ। ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ। ਉਹ ਪਹਿਲਾਂ ਤਾਂ ਬੇਨਤੀ ਜੀ ਕੀਤੀ ਹੈ, ਮਗਰੋਂ ਕਹਿੰਦੇ ਘਰ ਬਾਰ ਛੱਡ ਕੇ ਫਿਰ ਵੀ ਆਕੜ ਉਕੜੀ ਜੀ ਕਰਦਾ ਹੈ। ਇੱਥੋਂ ਤੋਂ ਕੀ ਖੇਤ 'ਚ ਹੀ ਜਾਣਾ, ਤੈਨੂੰ ਕੀ ਹੁੰਦਾ ਹੈ। ਇਹ ਨੀਵੀਂ ਗੱਲ ਮੰਨਦਾ, ਸਾਡੇ ਘਰਾਂ ਤੋਂ ਦੁੱਧ ਮਲਾਈਆਂ ਸਭ ਕੁਝ ਖਾਂਦਾ ਪੀਂਦਾ ਤੂੰ। ਉਹ ਵਿੱਚ ਵਜੇ ਵੀ ਸਨ। ਕਹਿੰਦੇ ਫੜਾ ਜਾਓ ਖੇਤ ਵਿੱਚ। ਉਹ ਜਦੋਂ ਬਸ ਇਹਨੂੰ ਸਥਾਨ ਤੋਂ ਬਾਹਰ ਜਾ ਕੱਢਿਆ, ਉਦੋਂ ਹੀ ਆਕਾਸ਼ ਵਿੱਚ ਬੱਦਲ ਆ ਗਏ। ਕਹਿੰਦੇ ਵੀ ਗੱਲ ਤਾਂ ਗੁਰੂ ਕੇ ਸੇਵਕਾਂ ਦੀ ਠੀਕ ਹੈ, ਬੱਦਲ ਆ ਗਏ ਨੇ। ਉਹ ਜਦੋਂ ਖੇਤ ਵਿੱਚ ਜਾ ਕੇ ਖੜਾ ਕੀਤਾ, ਉੱਥੇ ਮੋਹਰੇ ਧਾਰ ਬਾਰਿਸ਼ ਪੈਣ ਲੱਗੀ। ਫਿਰ ਉਹ ਮਹਾਰਾਜ ਦਾ ਬਚਨ ਚੇਤੇ ਆਇਆ ਵੀ ਮਹਾਰਾਜ ਨੇ ਕਿਹਾ ਵੀ ਸੂਰਜ ਛਿਪਦੇ ਤੋਂ ਪਹਿਲਾਂ ਜਿੱਥੇ ਜਾਏਗਾ ਉੱਥੇ ਪਏਗਾ। ਕਹਿੰਦੇ ਵੀ ਦਿਨ ਥੋੜਾ ਰਹਿੰਦਾ ਹੈ, ਖੇਤ ਬਹੁਤ ਹੈ। ਇਸ ਤਰ੍ਹਾਂ ਤਾਂ ਬਈ ਖੇਤ ਰਹਿ ਜਾਣਗੇ, ਜਦੋਂ ਸੂਰਜ ਡੁੱਬ ਗਿਆ ਫਿਰ ਨਹੀਂ ਬਾਰਿਸ਼ ਪੈਣੀ ਹੈ। ਉਹ ਜਿਹੜੇ ਕੋਈ ਪਰੇਸ਼ਾਨ ਉਹ ਆਪੋ ਆਪਣੇ ਖੇਤਾਂ ਨੂੰ ਖਿੱਚਣ ਲੱਗੇ ਵੀ ਮੈਂ ਆਪਣੇ 'ਚ ਲਿਜਾਣੇ ਹੈ, ਉਹ ਕਹੇ ਅਸੀਂ ਲਿਜਾਣੇ। ਉਹ ਆਖਿਆ ਝਈਆਂ ਜਿਹਾ ਦੇ ਦੇ ਕੇ ਪਵੇ ਵੀ ਤੁਸੀਂ ਮੈਨੂੰ ਤੰਗ ਕੇ ਕਰਦੇ, ਕੌਣ ਕੋਈ ਸੁਣਦਾ ਹੈ ਉਹਦੀ। ਉਹ ਖਿੱਚੀ ਧੋਈ ਹੋ ਗਈ ਹੈ, ਵਿੱਚ ਜ਼ਿਮੀਂਦਾਰਾਂ ਦੀ ਡਾਂਗ ਖੜਪੀ ਹੈ ਵੀ ਮੈਂ ਲਿਜਾਣੇ ਆ, ਮੈਂ ਲਿਜਾਣੇ ਆ। ਆਖਿਰ ਫਿਰ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਵੀ ਇਹ ਜਿਹੜਾ ਤਪ ਹੈ ਨਾ, ਜਿੱਥੇ ਵੀ ਇਹ ਚਲਾ ਜਾਏਗਾ ਉੱਥੇ ਬਾਰਿਸ਼ ਪੈਣੀ, ਦੂਜੇ ਥਾਂ ਨਹੀਂ ਹੈ। ਉਹ ਖੇਡਦਿਆਂ ਖੁੱਦਦਿਆਂ ਜਿਵੇਂ ਫਿਰ ਬੇਹੋਸ਼ ਜਿਹਾ ਹੋ ਗਿਆ ਹੈ। ਉਹ ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਵਿੱਚ ਤਾਂ ਐਸਾ ਲਿਖਿਆ ਹੈ ਵੀ ਉਹ ਜ਼ਿਮੀਂਦਾਰਾਂ ਨੇ ਉਹ ਬਲਦਾਂ ਦੇ ਪੁਜਾਰੀ ਜੀ ਪਾ ਕੇ ਜਿਵੇਂ ਸੁਹਾਗਾ ਜਿਵੇਂ ਪਾ ਲਿਆ ਹੈ, ਕਿਉਂ ਲਿਆ ਹੈ। ਜਿੱਥੇ ਜਿੱਥੇ ਜਾਂਦੇ ਉੱਥੇ ਉੱਥੇ ਬਾਰਿਸ਼ ਪੈ ਗਈ ਹੈ। ਸੁਹਾਗੇ ਨੂੰ ਖਿੱਚਿਆ ਜਾਂਦਾ ਹੈ ਤੇ ਪਸਰੀ ਸਭ ਹੋ ਗਈ ਹੈ, ਫਿਰ ਖੁੱਲ ਗਿਆ ਹੈ। ਫਿਰ ਵੀ ਖੇਤ ਰਹਿ ਗਏ। ਮਹਾਰਾਜ ਕਹਿੰਦੇ ਵੀ ਜਿੱਥੇ ਜਿੱਥੇ ਰੰਗ ਪ੍ਰਤੰਗ ਵੀ ਚਲੇ ਜਾਏ, ਉਂਗਲ ਚਲੀ ਜਾਏਗੀ, ਨਹੁੰ ਵੀ ਚਲਿਆ ਜਾਏਗਾ, ਉੱਥੇ ਵੀ ਬਾਰਿਸ਼ ਪੈ ਗਈ। और फिर कहते हो एक मरता है सारा देश वसदा है, सगर भी वसदा है। चल फिर की है जी, और किसी ने कोई अंग तोड़िया, किसी ने कोई चुकया है।
और सारे फिर थां थां ते मोहले तार बारिश पै गई, क्यारे भर गए। विचों कहते भी वेखो गुरु के सेवकी इन्ने समर्थ दा गुरु किन्ने समर्थ होणगे। वेखो उन्होंने समर्थ गुरा ने जिन्हों ने राज भाग दिल्ली का हवा उन्होंने बख्शिया, सानू वेख लो उन्होंने कोई वचन नहीं किया। तो बहुत बड़ी गलती हो गई है। ये मगर लग के आप गुरु तो बेमुख हो गए। हजारां की तादाद में तो उत्थे संगत आउंदी है, आप भी ऐसे समर्थ गुरु नूं बाहर कढ़े आए। ये तो बहुत बड़ी गलती हो गई है। फिर गुरु अमरदास साहब अगे बेनती करन लगे, महाराज साडे नाल चलो, असीं महाराज नूं लैके आउणा है। तो इस तरह फिर गुरु अमरदास साहब जी सारिਆਂ ਨੂੰ ਨਾਲ ਲੈ के जिथे खानपुर की झिड़ी है ना, ये छापरी साहब गुरुद्वारा शोभत इत्थे लै आए। आसा दी वार का कीर्तन हो रहा सी। उस वेले जदों समाप्ति हुई है, गुरु अमरदास साहब जी उठ के चरनी हथ लाउण लगे है, तो महाराज ने दूजे पासे मुँह कर लिया, पिठ कर ली है। फिर जो छेती दे के दूजे पासे होके चरना ते हथ लाउण लगे, फिर महाराज दूजे पासे मुँह पुआ लिया, पिठ कर ली है। फिर ही गल विच पल्ला पा के चरना ते चले पे, महाराज जो सेवक तो कोई गुनाह होया वो दसो, महाराज दास माफी मंगण नूं तैयार है। महाराज कहंदे भी तू परमेश्वर दी रिया तो उल्ट क्यों कीता है, ये क्यों बारिश पुआ के आया है, क्यों तपे नूं मरवा के आया है। आपे परमेश्वर कीती दा फल भोगदा, तू विच क्यों दखल अंदाजी की। इदों वड्डी होर गलती कहने, महाराज तुहाडी निरादरी मेथों सहार नहीं हुई। ईरखत वैश नाल महाराज तुहानूं उहने की कुछ कह कुआ दता। जंगल विच महाराज लिया के डेरे लवा दिते, महाराज मेथों सहारिया नहीं गया है। उस वेले बाबा बुढ़ा साहब भी बोल पे, कहने महाराज सारिया तो मैथों भी आई भी, इनू भी हुणे चने चवाइए, पर आप वाली वेख के महाराज मैं भी ये समर्थ नहीं कुछ कहते, मैं कुछ कहांगा करांगा किते महाराज नाराज ना होना। ये तो महाराज चंगा ही इन्होंने कराया है, किसी का फल भुगताए। उस वेले फिर बाबा बुढ़ा साहब जी महाराज ने कहने लगे भी ये तो जिहड़ा ऐसे करदा है ना, रोया जाना ओही हो जाता है। फिर तो जिवें कोई थोड़े बहुते कोई मंत्र जानता होए तो फिर किते बहुते जिहड़े जहीले है नाग उन्होंने बस करने की कोशिश करे, फिर वो मरदा ही हुंदा है। कहते महाराज आप नालों ने हथा ला लिया है, फिर मरना ही सी। हरा कहते हाँ गुरु नानक साहब की ये गद्दी ये जो मत्था लाँदा उन्होंने नुकसान पुजदा ही पुजदा है। तो आप जी ने श्लोक राई फिर बाबा बुढ़ा साहब जी ने समझाया बुझाया है। आप फरमा रहे हन मंत्री होए अठूहिया। ये भी बाबा बुढ़ा साहब जिमें कूआ जरा ठूहिया का उन्होंने कोई किसी ने डंग डुंग जा मार गया तो जहर चढ़ गई ठूहे दी। फिर मखाल दुहाई मचाउंदा है ना, वो कहते भी ये असी मंत्र पढ़ दें ठूहे की जहर लै जाती है। इस तरह जो ठूहे होंगे जिन्हों के 8-8 जे पैर होन उन्होंने ठूहा कह देंगे ने। इस तरह भी जरा कोई ठूहे जे है ना 8-8 पैरों वाले इन्हों का मंत्री होवे, इन्हों के मंत्र जा पढ़ के हथौड़ा जा खा के ओदी डंग दी जहर नूं ला देण वाला होवे, असर खत्म कर देण वाला होवे। नागी लगा जाए ऐसा जरा मांदरी है मंत्री है ना ठूहियां दे झाड़े करके जहर लाउण वाला, कहते जिहदे बहुत ही जहरीले सप है, ये कोई जाके उन्होंने फण लग जाए जां उन्होंने बस करने की कोशिश करे, इन्हों की भी हम जहर ला देनी है, इन्हों अपने काबू कर लेना है, अधीन कर लेना है। कहते इस तरह फिर वो उन्होंने नागा नूं जहरीले सप्पां नूं जाके फण लग जाए। आपन हथी आपना वो फिर ऐसा जरा मनुख है ना सिर्फ ठूहियां दे मंत्र करने जानदा है,
ਤੇ ਸੱਪਾਂ ਨੂੰ ਫਣ ਲੱਗ ਜਾਏ, ਉਹਨਾਂ ਨੂੰ ਹੱਥ ਪਾਵੇ, ਫਿਰ ਉਹ ਕਹਿੰਦੇ ਆਪਣ ਹੱਥੀ ਆਪਣਾ, ਆਪਣੇ ਹੱਥਾਂ ਦੇ ਨਾਲ ਹੀ ਆਪਣੇ ਸਰੀਰ ਨੂੰ, ਆਪਣੇ ਆਪ ਨੂੰ ਹੀ ਨੇ ਕੂਚਾ ਆਪੇ ਉਹ ਲਾਏ। ਤਾਂ ਆਪ ਹੀ ਕਹਿੰਦੇ ਅੱਗ ਦਾ ਜਿਹੜਾ ਕੂਚਾ ਕੀ ਹੈ, ਚੁਆਤਾ ਹੈ, ਉਹ ਲਾ ਦਿੰਦਾ ਹੈ, ਆਪਣੇ ਆਪ ਨੂੰ ਆਪ ਹੀ ਚੁਆਤਾ ਲਾ ਕੇ ਸਾੜਦਾ ਹੈ। ਇਸੇ ਤਰ੍ਹਾਂ ਜਿਹੜੇ ਕੋਈ ਆ ਠੂਹਿਆਂ ਦੇ ਮੰਤਰ ਕਰਨ ਜਾਣਦੇ, ਮਾੜੇ ਮੋਟੇ ਜਿਹੜੇ ਕੋਈ ਆ ਖਸਰੇ ਖੁਸਰੇ ਦੇ, ਜਨੇਊ ਦੇ, ਮਾੜਾ ਮੋਟਾ ਜਿਹੜਾ ਕੋਈ ਨਜ਼ਰ ਫਜਰ ਦਾ ਕੋਈ, ਲਓ ਜੀ ਮੱਝ ਦੁੱਧ ਨਹੀਂ ਦਿੰਦੀ ਹੈ ਜੀ, ਉਹ ਕਹਿੰਦੇ ਲਓ ਜੀ ਪਾਣੀ ਕਰ ਦਿੰਦੇ। ਇਸ ਤਰ੍ਹਾਂ ਕਹਿੰਦੇ ਜਿਹੜੇ ਕੋਈ ਇਹ ਉਹ ਤਾਗੇ ਤੁਗੇ ਨੂੰ 7-8 ਗੱਡਾਂ ਜੀਆਂ ਦੇਤੀਆਂ, ਉਹਦੇ ਤੇ ਫੁੱਕਾਂ ਜੀਆਂ ਮਾਰਤੀਆਂ। ਇਸ ਤਰ੍ਹਾਂ ਦੇ ਜਿਹੜੇ ਕੋਈ ਮਾਦਰੀ ਹੁੰਦੇ ਹਨ, ਨਜ਼ਰ ਫਜਰ ਦੂਰ ਖਸਰੇ ਜੇ ਠੀਕ ਕਰਨ ਵਾਲੇ, ਹੁਕਮ ਪਿਆ ਤੁਰ ਖਸਮ ਕਾ। ਮੰਤਰੀ ਹੋਏ ਠੂਹਿਆਂ, ਇਸ ਤਰ੍ਹਾਂ ਠੂਹੇ ਵੱਧ ਜਿਹੜੇ ਕੋਈ ਥੋੜੇ ਥੋੜੇ ਨਜ਼ਰ ਫਜਰ ਰਹੀ ਹੈ, ਖਸਰੇ ਖੁਸਰੇ, ਥੋੜੀ ਜ਼ਹਿਰ ਵਾਲੇ, ਥੋੜਾ ਦੁੱਖ ਦੇਣ ਵਾਲੇ, ਉਹਨਾਂ ਦਾ ਮੰਤਰੀ ਹੋ ਜਾਏ, ਉਹਨਾਂ ਦੇ ਦੁੱਖਾਂ ਨੂੰ ਲਾਉਣ ਵਾਲਾ ਹੋ ਜਾਏ, ਨਾਗੀ ਲੱਗਿਆ ਜਾਏ। ਫਿਰ ਕਹਿੰਦੇ ਈਰਖਾ ਕਰਕੇ, ਦਵੈਸ਼ ਕਰਕੇ ਜਿਹੜੇ ਨਾਗਵਤ ਹੈ ਨਾ, ਜਿਨ੍ਹਾਂ ਦੇ ਬਚਨਾਂ ਵਿੱਚ ਬੜਾ ਕਹਿੰਦੇ ਉਹ ਸ਼ਰਾਪ ਦੇਣ ਨੂੰ ਵੀ ਜ਼ਹਿਰ ਹੈ, ਬੜਾ ਦੁੱਖ ਹੈ, ਐਸੇ ਜਿਹੜੇ ਮਹਾਤਮਾ ਹੈ ਉਹ ਕਿਤੇ ਇਸ ਤਰ੍ਹਾਂ ਵੀ ਜਿਹੜੇ ਕੋਈ ਪੂਰਨ ਮਹਾਤਮਾ ਕਹਿੰਦੇ ਉਹ ਵੀ ਜਿਵੇਂ ਕਾਲਾ ਨਾਗ ਹੁੰਦਾ ਨਾ, ਵੀ ਉਹਦਾ ਡੰਗਿਆ ਹੋਇਆ ਕੋਈ ਬਚਦਾ ਨਹੀਂ ਹੈ। ਇਸ ਤਰ੍ਹਾਂ ਜਿਹੜਾ ਕੋਈ ਪੂਰਨ ਮਹਾਤਮਾ, ਉਹਦਾ ਜਿਹੜਾ ਕੋਈ ਬਚਨ ਰੂਪ ਡੰਗ ਵੱਜਿਆ ਨਾ, ਉਹ ਵੀ ਕੋਲਾਂ ਘਾਲ ਦਿੰਦਾ ਹੈ। ਜਿੱਥੇ ਜਿੱਥੇ ਉਹਨਾਂ ਦਾ ਬਚਨ ਰੂਪੀ ਡੰਗ ਵੱਜੇ, ਕੋਲਾਂ ਘਲ ਜਾਂਦੀਆਂ, ਜ਼ਹਿਰ ਨਹੀਂ ਲੈਂਦੀ, ਦੂਰ ਨਹੀਂ ਹੁੰਦਾ ਅਸਰ। ਇਸ ਤਰ੍ਹਾਂ ਕਹਿੰਦੇ ਵੀ ਜਿਹੜੇ ਕੋਈ ਪੂਰਨ ਮਹਾਤਮਾ ਹਨ, ਜਿੱਥੇ ਵੀ ਉਹਨਾਂ ਦਾ ਬਚਨ ਰੂਪ ਫਿਰ ਜਿਵੇਂ ਡੰਗ ਵੱਜ ਜਾਂਦਾ ਹੈ, ਜ਼ਹਿਰ ਚੜ੍ਹ ਜਾਂਦੀ ਹੈ। ਜੇ ਇਹੋ ਜਿਹੇ ਮਹਾਤਮਾ ਦੇ ਉਹਨਾਂ ਨੂੰ ਫੜ ਲੱਗ ਜਾਏ ਵੀ ਇਹਨਾਂ ਨੂੰ ਮੈਂ ਬਸ ਕਰਨਾ, ਇਹਨਾਂ ਤੇ ਹਾਵੀ ਹੋਣਾ ਹੈ, ਕਹਿੰਦੇ ਉਹ ਤਾਂ ਫਿਰ ਆਪਣ ਹੱਥੀ ਆਪਣਾ ਹੈ, ਆਪਣੇ ਹੱਥਾਂ ਨਾਲ ਹੀ ਕਹਿੰਦੇ ਆਪਣੇ ਆਪ ਨੂੰ ਜਿਹੜਾ ਅੱਗ ਦਾ ਚੁਆਥਾ ਲਾਉਂਦਾ, ਆਪਣੀ ਮੌਤ ਉਹ ਆਪ ਹੀ ਸਹੇੜਦਾ ਹੈ, ਆਪਣੇ ਆਪ ਨੂੰ ਆਪ ਹੀ ਉਹ ਵਿਵਸਥਾ ਵਿੱਚ ਪਾਉਂਦਾ ਹੁੰਦਾ, ਆਪ ਹੀ ਉਹ ਮਰਦਾ ਹੈ ਜਿਵੇਂ ਇਹ ਮਰਿਆ ਹੈ। ਹੁਕਮ ਪਾਇਆ ਤੁਰ ਤੁਰ ਖਸਮ ਕਾ। ਇਹ ਵੀ ਬਾਬਾ ਬੁੱਢਾ ਸਾਹਿਬ ਵੀ ਤਾਂ ਤੁਰੋਂ ਵਾਹਿਗੁਰੂ ਦਾ ਐਸਾ ਹੀ ਹੁਕਮ ਪਿਆ ਹੋਇਆ ਹੈ ਪਹਿਲਾਂ ਤੋਂ ਹੀ। ਅਤੀ ਹੋ ਧੱਕਾ ਖਾ। ਇਹ ਜਿਹੜਾ ਅਤੀ ਕੀ ਅਤ ਕਰਨ ਵਾਲਾ ਪੁਰਸ਼ ਹੈ ਨਾ, ਅਤ ਚੁੱਕਣ ਵਾਲਾ ਹੈ, ਅਤਤਾਈ ਕਰਨ ਵਾਲਾ ਹੈ, ਸੰਦਕਾ ਨਿੰਦਕ ਮਹਾ ਅਤਤਾਈ ਜਿਵੇਂ ਲਿਖਿਆ ਹੈ। ਕਹਿੰਦੇ ਉਹ ਅਤੀ ਹੋ ਧੱਕਾ ਖਾਏ, ਉਹ ਕਹਿੰਦੇ ਅਖੀਰੀ ਫਿਰ ਨਰਕ ਵਿੱਚ ਹੀ ਧੱਕਾ ਖਾਂਦਾ ਹੈ, ਨਰਕਾਂ ਵਿੱਚ ਜਾ ਕੇ ਡਿੱਗਦਾ ਹੈ। ਜਾਂ ਅਤੀ ਅਸ ਕਰਕੇ ਅਤੀ ਬਹੁਤ ਹੀ ਵੱਡਾ ਧੱਕਾ ਖਾਂਦਾ ਹੈ, ਬਹੁਤ ਹੀ ਦੁੱਖ ਭੋਗਦਾ ਹੈ, ਬਹੁਤੇ ਐਸੇ ਭੈੜੇ ਥਾਂ ਡਿੱਗਦਾ ਹੈ ਜਿੱਥੋਂ ਫਿਰ ਉਹ ਨਿਕਲ ਜੋਗਾ ਨਹੀਂ ਰਹਿੰਦਾ ਹੈ। ਇਹੋ ਜਿਹੇ ਕੋਈ ਰੋਗ ਦੇ, ਇਹੋ ਜਿਹੇ ਕੋਈ ਬਲੀ ਦੇ ਉਹ ਕਾਬੂ ਆ ਜਾਂਦਾ ਹੈ, ਉੱਥੋਂ ਨਹੀਂ ਉਹ ਛੁੱਟ ਸਕਦਾ ਹੈ। ਸੋ ਇਸ ਤਰ੍ਹਾਂ ਅਤ ਕਰਨ ਵਾਲਾ ਉਹ ਧੱਕਾ ਹੀ ਖਾਂਦਾ, 84 ਲੱਖ ਜੂਨ ਵਿੱਚ ਉਹ ਜਾਂਦਾ ਹੈ, ਨਰਕ ਵਿੱਚ ਧੱਕਾ ਖਾ ਕੇ ਡਿੱਗਦਾ ਹੈ। ਗੁਰਮੁਖ ਸਿਉ ਮਨਮੁਖ ਅੜੈ। ਇਸੇ ਤਰ੍ਹਾਂ ਜਿਹੜਾ ਕੋਈ ਗੁਰਮੁਖ ਹੈ, ਉਹਦੇ ਨਾਲ ਜਿਹੜਾ ਕੋਈ ਮਨਮੁਖ ਜਦੋਂ ਈਰਖਾ ਕਰਕੇ ਅੜਦਾ ਭਿੜਦਾ ਹੈ, ਡੁੱਬੈ ਹੱਕ ਨਿਆਇ। ਮਹਾਰਾਜ ਕਹਿੰਦੇ ਵੀ ਬਾਬਾ ਬੁੱਢਾ ਸਾਹਿਬ ਉਹ ਕਹਿੰਦੇ ਅਖੀਰੀ ਡੁੱਬਦਾ ਹੈ। ਇਹ ਕਹਿੰਦੇ ਹੱਕ ਨਿਆਏ, ਸੱਚ ਦਾ ਨਿਆਏ ਵਾਹਿਗੁਰੂ ਵੱਲੋਂ, ਹੱਕ ਨੂੰ ਸੱਚ ਦਾ ਹੈ, ਉਹ ਡੁੱਬਾ ਹੱਕ ਨਿਆਏ। ਇਹ ਸੱਚਾ ਨਿਆਂ ਹੈ ਵਾਹਿਗੁਰੂ ਦਾ। ਜੋ ਸਾਖੀ ਪ੍ਰਵਾਨ ਵਿੱਚ ਇਹਦੇ ਤੇ ਉਹ ਪ੍ਰਸੰਗ ਆਉਂਦਾ ਹੈ। ਕੋਈ ਗੁਰਮੁਖ ਸੀ, ਹੁਣ ਜਿਹੜਾ ਕੋਈ ਗੁਰਮੁਖ ਹੈ ਉਹਦਾ ਸਾਰੇ ਸਤਿਕਾਰ ਕਰਦੇ, ਜਿੱਥੇ ਜਾਂਦਾ ਉਹ ਸਭ ਥਾਈਂ ਜੀ ਆਇਆ ਉਹਨੂੰ ਆਖਿਆ ਜਾਂਦਾ ਹੈ, ਕਿਉਂਕਿ ਭਗਤੀ ਦਾ ਪ੍ਰਤਾਪ ਹੀ ਐਸਾ ਹੁੰਦਾ ਹੈ। ਤੇ ਉਹ ਕਿਸੇ ਦੇ ਘਰੇ ਗਿਆ ਹੈ ਗੁਰਮੁਖ, ਉਹ ਪਰਿਵਾਰ ਨੇ ਬੜੀ ਆਗਤ ਭਾਗਤ ਕੀਤੀ ਹੈ, ਉਹਨਾਂ ਦੇ ਨਾਲ ਹੀ ਇੱਕ ਮਨਮੁਖ ਖਿਆਲ ਹੈ ਵੀ ਚਲੋ ਆਪਾਂ ਨੂੰ ਵੀ ਵਧੀਆ ਇਹਨਾਂ ਨਾਲ ਖਾਣਾ ਪੀਣਾ ਮਿਲੇਗਾ, ਨਾਲੇ ਸ਼ਹਿਰ ਛਪੱਟਾ ਕਰਾਂਗੇ, ਨਾਲੇ ਛੱਕੀ ਛਕਾਈ ਚੱਲਾਂਗੇ। ਤੇ ਉਹ ਨਾਲ ਰਲ ਗਿਆ, ਕਹਿੰਦਾ ਮਹਾਰਾਜ ਮੈਨੂੰ ਵੀ ਰਲਾ ਲਓ ਜੀ,
ਕਹਿੰਦੇ ਵੀ ਇੱਕ ਸਿੱਖ ਦੋ ਸਾਧ ਸੰਗ ਪੰਜੀ ਪਰਮੇਸ਼ਰ। ਵੀ ਇੱਕ ਸਿੱਖ ਹੁੰਦਾ ਹੈ ਤੇ ਦੋ ਇਕੱਠੇ ਹੋ ਜਾਣ ਤੇ ਸਾਧ ਸੰਗਤ ਬਣ ਜਾਂਦੀ ਹੈ। ਵੀ ਚਲੋ ਇਕੱਲਿਆਂ ਨੂੰ ਤਾਂ ਸਾਨੂੰ ਗੱਲ ਕਰਨੀ ਵੀ ਔਖੀ ਹੈ, ਦੋ ਆ ਜਾਵਾਂਗੇ ਆਪਾਂ ਪਰਮੇਸ਼ਰ ਦੀਆਂ ਗੱਲਾਂ ਬਾਤਾਂ ਕਰਿਆ ਹਰਜਸ ਕਰਿਆ ਕਰਾਂਗੇ ਤੇ ਰਸਤਾ ਵੀ ਸੋਹਣਾ ਤੈਅ ਹੋ ਜਾਏਗਾ। ਉਹ ਗੁਰਮੁਖ ਦੇ ਘਰੇ ਰਹੇ ਨੇ। ਜਦੋਂ ਸਵੇਰੇ ਚੱਲਣ ਲੱਗੇ ਉਹ ਕਹਿਣ ਲੱਗਾ ਮਹਾਰਾਜ ਬਈ ਥੋੜ੍ਹਾ ਜਿਹਾ ਠਹਿਰੋ, ਆ ਮੈਂ ਨਾਸ਼ਤੇ ਦਾ ਪ੍ਰਬੰਧ ਕਰਦੇ ਹਾਂ। ਕਿੱਥੇ ਜਾਓਗੇ ਮਹਾਰਾਜ, ਦਿਨ ਵੱਡਾ ਆਇਆ। ਉਹ ਗ੍ਰਸਤੀ ਫੇਰ ਮਹਾਰਾਜ ਤਿਆਰ ਕਰਦਿਆਂ ਸਮਾਂ ਲਾਉਣਗੇ। ਇੱਥੇ ਮਹਾਰਾਜ 5-4 ਪਰੌਠੇ ਮੈਂ ਹੁਣੇ ਕਹਿ ਕੇ ਮਹਾਰਾਜ ਘਰ ਵਾਲੀ ਨੂੰ ਪਕਵਾ ਦਿੰਦਾ ਹੈ। ਜਿੱਥੇ ਜੀ ਕਰਿਆ ਮਹਾਰਾਜ ਤੁਹਾਡਾ ਛਕ ਲਿਓ, ਇਹ ਥੋੜ੍ਹਾ ਜਿਹਾ ਠਹਿਰ ਜਾਓ। ਕਹਿੰਦੇ 20-7 ਵਜਨ ਇਸ ਤਰ੍ਹਾਂ 5-7 ਪਰੌਠੇ ਜੇ ਬਣਾ ਕੇ ਉਹ ਪੁੱਲੜ ਬਣ ਦਿੱਤੇ ਹੈ। ਫਿਰ ਸਵਖਤੇ ਤੁਰ ਪਏ ਨੇ। ਜਦੋਂ ਕੋਈ ਵੱਡਾ ਜਿਹਾ ਦਿਨ ਆਇਆ ਹੈ, ਉਹ ਜੰਗਲ ਵਿੱਚ ਖੂਹ ਜਾ ਹੈ ਸੀ। ਫਿਰ ਖਿਆਲ ਆਇਆ ਵੀ ਚਲੋ ਇੱਥੇ ਨਾਲੇ ਜਲ ਹੈਗਾ ਹੈ, ਨਾਲੇ ਇਕਾਂਤ ਜਗ੍ਹਾ ਹੈ ਤੇ ਆਪਾਂ ਇਹ ਛਕ ਲਈਏ। ਜਿਹੜਾ ਨਾਲ ਸਾਥੀ ਮਨਮੁਖਾਂ ਨੂੰ ਕਹਿੰਦੇ ਵੀ ਸਮਾਂ ਵੀ ਹੋ ਗਿਆ ਤੇ ਪਾਣੀ ਵੀ ਆ ਗਿਆ ਹੈ, ਆਪਾਂ ਪ੍ਰਸ਼ਾਦਾ ਛਕ ਲਈਏ। ਕਹਿੰਦਾ ਜੀ ਸਤ ਵਚਨ ਠੀਕ ਹੈ। ਫਿਰ ਉਸ ਵੇਲੇ ਕਹਿਣ ਲੱਗੇ ਵੀ ਚਲੋ ਪਹਿਲਾਂ ਤੂੰ ਛਕ ਲੈ ਤੇ ਫਿਰ ਤੈਨੂੰ ਅਸੀਂ ਜਲ ਛਕਾ ਦਿਆਂਗੇ, ਉਦੋਂ ਬਾਅਦ ਅਸੀਂ ਛਕ ਲਾਂਗੇ। ਫਿਰ ਤੂੰ ਖੂਹ ਚੋਂ ਜਲ ਕੱਢ ਕੇ ਸਾਨੂੰ ਛਕਾ ਦੇਈਂ, ਫਿਰ ਆਪਾਂ ਅੱਗੇ ਚੱਲ। ਕਹਿੰਦਾ ਜੀ ਸਤ ਵਚਨ। ਉਹਨੂੰ ਰਜਾ ਪਿਆ ਦਿੱਤਾ ਹੈ, ਫਿਰ ਜਲ ਕੱਢ ਕੇ ਛਕਾ ਦਿੱਤਾ ਹੈ। ਜਦੋਂ ਗੁਰਮੁਖ ਛਕਣ ਲੱਗਿਆ ਹੈ, ਛਕਣ ਤੋਂ ਬਾਅਦ ਫਿਰ ਇਹਨਾਂ ਨੂੰ ਕਹਿੰਦਾ ਲੈ ਵੀ ਪਾਣੀ ਛਕਾ। ਪਾਣੀ ਕਿਹੜਾ ਛਕਾਉਣਾ ਹੈ, ਬਸ ਧੱਕਾ ਮਾਰਿਆ ਖੂਹ 'ਚ ਸਿੱਟ ਦਿੱਤਾ ਉਹਨੂੰ ਤੇ ਆਪ ਚੱਲਦਾ ਬਣਿਆ ਹੈ। ਜੋ ਕੁਛ ਹੈਗਾ ਸੀ ਉਹ ਸਭ ਕੁਝ ਲੈ ਲੋ ਕੇ ਰਸਤੇ ਬਣਿਆ ਹੈ। ਇਹ ਜਿਹੜੇ ਹੁਣ ਗੁਰਮੁਖ ਹੈ ਵਿਚਾਰੇ ਉਹ ਖੂਹ ਵਿੱਚ ਖੜੋਤੇ। ਇੰਨਾ ਪਾਣੀ ਤਾਂ ਬਹੁਤਾ ਡੂੰਘਾ ਹੈ ਨਹੀਂ ਸੀ। ਆਮ ਖੂਹਾਂ ਦੇ ਵਿੱਚ ਜਿਹੜੇ ਕੋਈ ਬਾਹਰ ਹੁੰਦੇ ਉੱਥੇ ਦਰਖਤਾਂ ਦੀਆਂ ਜੜ੍ਹਾਂ ਦੀਆਂ ਹੇਠਾਂ ਨੂੰ ਲਮਕੀ ਜਾਂਦੀਆਂ ਹਨ, ਉਹ ਫੜ ਫੜ ਕੇ ਤੇ ਉਹ ਖੜਾ ਰਿਹਾ। ਫਿਰ ਕੋਈ ਉੱਥੇ ਅਯਾਲੀ ਜਿਹੇ ਆ ਗਏ ਨੇ। ਉਹਨਾਂ ਨੇ ਦੇਖਿਆ ਵੀ ਇੱਥੇ ਕੋਈ ਹੈਗਾ ਹੈ, ਆਵਾਜ਼ ਇਹਨੇ ਵੀ ਦੇ ਦਿੱਤੀ ਹੈ। ਲੱਗੇ ਕੌਣ ਹੋ ਜੀ? ਕਹਿੰਦੇ ਵੀ ਇੱਥੇ ਖੂਹ 'ਚ ਧੱਕਾ ਕੋਈ ਦੇ ਗਿਆ ਹੈ, ਮੈਨੂੰ ਬਾਹਰ ਕੱਢ ਲਓ। ਬਾਹਰ ਕੱਢ ਲਿਆ। ਉਹ ਜਾਲੀ ਤਾਂ ਚਲੇ ਗਏ ਨੇ, ਸ਼ਾਮ ਜੀ ਪੈ ਗਈ ਹੈ। ਖਿਆਲ ਕਰਦੇ ਵੀ ਚਲੋ ਸਵੇਰੇ ਚੱਲਾਂਗੇ, ਹੁਣ ਕਿੱਧਰ ਜਾਣਾ ਹੈ। ਉੱਥੇ ਬੈਠੇ ਵੀ ਹੁਣ ਸ਼ੇਰ ਸ਼ੂਰ ਕੋਈ ਆ ਜਾਏਗਾ, ਕੋਈ ਹੋਰ ਹਿੰਸਕ ਆਏਗਾ ਵੀ ਆਪਾਂ ਵੀ ਉੱਚੇ ਦਰਖਤ ਤੇ ਚੜ੍ਹ ਕੇ ਬਹਿ ਜਾਓ। ਇਸ ਤਰ੍ਹਾਂ ਦਾ ਖਿਆਲ ਕਰਕੇ ਨਾ ਦਰਖਤ ਉੱਪਰ ਚੜ੍ਹ ਕੇ ਉੱਥੇ ਰੱਬ ਰੱਬ ਕਰਨ ਲੱਗ ਪਏ। ਇੱਥੇ ਇੱਕ ਦਿਓ ਜਾ ਆਇਆ ਹੈ, ਇੱਕ ਇੱਛਾਧਾਰੀ ਸੱਪ ਜਾ ਆ ਗਿਆ ਹੈ। ਆਪੋ ਵਿੱਚ ਹੀ ਉਹ ਗੱਲਾਂ ਬਾਤਾਂ ਕਰਨ ਲੱਗ ਪਏ। ਕਹਿੰਦੇ ਵੀ ਤੂੰ ਕਿੱਥੇ ਰਹਿੰਦਾ ਹੈ? ਉਹ ਕਹਿੰਦਾ ਵੀ ਤੂੰ ਕਿੱਥੇ ਰਹਿੰਦਾ ਹੈ? ਉਹ ਜਿਹੜਾ ਦਿਓ ਸੀ ਕਹਿੰਦਾ ਵੀ ਮੈਂ ਤਾਂ ਬਹੁਤ ਵਧੀਆ ਜਗ੍ਹਾ ਰਹਿੰਦਾ, ਬੜੀਆਂ ਸਹੂਲਤਾਂ ਹੈ, ਬੜਾ ਖਾਣ ਪੀਣ ਨੂੰ ਮੌਜਾਂ ਲੱਗੀਆਂ ਹੋਈਆਂ। ਤੇ ਕਿੱਥੇ? ਮੈਂ ਜੀ ਰਾਜੇ ਦੀ ਲੜਕੀ ਹੈ, ਉਹਦੇ ਵਿੱਚ ਰਹਿਣਾ, ਉੱਥੇ ਬੜੀਆਂ ਸਹੂਲਤਾਂ, ਬੜਾ ਖਾਣਾ ਦਾਣਾ ਹੈ, ਮੌਜਾਂ ਲੱਗੀਆਂ। ਕਹਿਣ ਲੱਗਾ ਵੀ ਜੇ ਤੈਨੂੰ ਕੱਢਣਾ ਚਾਹੇ ਤੂੰ ਨਿਕਲ ਸਕਦਾ ਉੱਥੋਂ। ਕਹਿੰਦਾ ਨਾ, ਇਹ ਕੱਢਣ ਕਢਾਉਣ ਦੀ ਜਿਹੜੀ ਗੱਲ ਹੈ ਇਹਦਾ ਤਾਂ ਮੈਨੂੰ ਹੀ ਪਤਾ ਹੈ, ਤੇ ਜੇ ਮੈਂ ਨਾ ਦੱਸਾਂ ਮੈਨੂੰ ਕੌਣ ਕੱਢੂਗਾ? ਕਹਿੰਦੇ ਵੀ ਮੈਨੂੰ ਤਾਂ ਦੱਸ ਦੇ ਨਾ ਬੜਾ ਜਿਹਾ। ਕਹਿੰਦੇ ਹਾਂ, ਇੱਕ ਵੀ ਤਰੀਕਾ ਹੈਗਾ ਹੈ। ਇੱਕ ਕਿਸਮ ਦਾ ਇੱਕ ਕਬੂਤਰ ਹੈ, ਉਹਦੀ ਕੋਈ ਬਿੱਠ ਜੀ ਲੈ ਕੇ ਨਾ ਉਹਦੀ ਕਹਿੰਦਾ ਧੂਣੀ ਦੇਵੇ, ਫਿਰ ਮੈਂ ਨਿਕਲ ਜਾਂਦਾ, ਉਹਦੀ ਆਣ ਹੈ ਮੈਨੂੰ। ਫਿਰ ਉਹ ਕਹਿੰਦਾ ਵੀ ਤੂੰ ਕਿੱਥੇ ਰਹਿੰਦਾ ਹੈ? ਇੱਛਾਧਾਰੀ ਸਭ ਕਹਿੰਦਾ ਵੀ 7 ਪਾਤਸ਼ਾਹੀ ਦਾ ਖਜ਼ਾਨਾ ਹੈ, ਉੱਥੇ ਮੈਂ ਰਹਿੰਦਾ। ਕਹਿੰਦਾ ਵੀ ਜੇ ਤੈਨੂੰ ਕੋਈ ਕੱਢਣਾ ਚਾਹੇ
ਤੈਨੂੰ ਕੱਢ ਸਕਦਾ? ਕਹਿੰਦੇ ਨਾ। ਕਿ ਕੋਈ ਹੈ ਤਰੀਕਾ? ਕਹਿੰਦੇ ਹਾਂ ਇੱਕ ਤਰੀਕਾ ਹੈਗਾ। ਇੱਕ ਲਾਲ ਰੰਗ ਵਾਲਾ ਇਸ ਕਿਸਮ ਦਾ ਬੱਕਰਾ ਜਿਹਾ ਹੋਵੇ, ਉਹਦਾ ਖੂਨ ਜਿਹਾ ਆ ਕੇ ਇੱਥੇ ਕਹਿੰਦੇ ਜਿੱਥੇ ਮੈਂ ਰਹਿ ਰਿਹਾ ਨਾ ਪਾਤਸ਼ਾਹੀ ਖਜ਼ਾਨੇ ਤੇ, ਉਹ ਆ ਕੇ ਪਾ ਦੇ 500 ਰੁਪਏ। ਤਾਂ ਕਹਿੰਦੇ ਫਿਰ ਨਹੀਂ ਮੇਰੇ ਸਾਥ, ਉਹਦੀ ਮੈਨੂੰ ਆਣ ਹੈ, ਉਂਝ ਨਹੀਂ ਮੈਂ ਨਿਕਲਦਾ ਉੱਥੇ। ਇੱਧਰ ਉੱਧਰ ਦੇਖਿਆ ਵੀ ਕੋਈ ਗੱਲ ਤਾਂ ਨਹੀਂ ਸੁਣਦਾ ਹੈ ਕੋਈ। ਹੁਣ ਉਹ ਦਰਖਤ ਤੇ ਚੜਿਆ ਬੈਠਾ ਹੈ, ਇਹਨੂੰ ਸਾਰੀਆਂ ਦੋਹਾਂ ਦੀਆਂ ਗੱਲਾਂ ਸੁਣ ਗਈਆਂ ਹਨ। ਫਿਰ ਚੱਲਦੇ ਬਣੇ ਨੇ। ਕੁਦਰਤੀ ਅੱਗੇ ਰਾਜਧਾਨੀ ਆ ਗਈ ਹੈ। ਗੁਰਮੁਖ ਜਾਣ ਕਰਕੇ ਕਿਸੇ ਨੇ ਸੇਵਾ ਕੀਤੀ, ਅੱਗੇ ਤੋਂ ਅੱਗੇ ਸ਼ੋਹਰਤ ਫੈਲੀ, ਇਹ ਵੀ ਬੰਦਗੀ ਵਾਲਾ ਹੈ। ਔਰ ਰਾਜੇ ਨੂੰ ਪਤਾ ਲੱਗਿਆ ਵੀ ਇੱਥੇ ਕੋਈ ਬਾਹਰੋਂ ਆਇਆ ਹੈ, ਬੰਦਗੀ ਵਾਲਾ ਗੁਰਮੁਖ ਹੈ। ਉਹਨੇ ਹੱਥ ਜੋੜੇ, ਕਹਿੰਦੇ ਮਹਾਰਾਜ ਮੇਰੇ ਘਰੇ ਚੱਲੋ, ਕਿਉਂਕਿ ਖਿਆਲ ਸੀ ਵੀ ਚਲੋ ਇਹ ਬੰਦਗੀ ਵਾਲਾ ਹੈ, ਆ ਲੜਕੀ ਨੂੰ ਕਸਰ ਜੀ ਹੈ, ਕੋਈ ਮਾੜਾ ਮੋਟਾ ਇਹਨਾਂ ਤੋਂ ਪੁੱਛਾਂਗੇ ਬੇਨਤੀ ਕਰਕੇ, ਸ਼ਾਇਦ ਕੋਈ ਇਹਨਾਂ ਕੋਲ ਹੋਵੇ ਇਲਾਜ। ਘਰੇ ਚਲੇ ਗਏ ਹਨ। 2-4 ਦਿਨ ਰਹੇ, ਫਿਰ ਉਹ ਆਪਣੀ ਦੁੱਖ ਤਕਲੀਫ ਦੱਸਦੀ। ਕਹਿੰਦੇ ਮਹਾਰਾਜ ਕੀ ਦਸੀਏ, ਬੜੇ ਯਤਨ ਕਰਾਏ, ਲੜਕੀ ਨੂੰ ਕੋਈ ਕੈਸੀ ਕਸਰ ਹੈ, ਆ ਕੋਈ ਚੀਜ਼ ਲੱਗੀ ਮਗਰ ਇਹ ਖਹਿੜਾ ਨਹੀਂ ਛੱਡਦੀ ਹੈ। ਕਹਿੰਦੇ ਵੀ ਕਿਸੇ ਤੋਂ ਪੁੱਛਿਆ ਦੱਸਿਆ ਵੀ ਕੀ? ਉਹ ਕਹਿੰਦੇ ਵੀ ਕੋਈ ਬੜਾ ਭਾਰੀ ਬਲੀ ਦਿਓ ਹੈ, ਉਹਦਾ ਇਹਦੇ ਤੇ ਅਸਰ ਹੈ, ਉਹਦਾ ਪਹਿਰਾ ਹੈ। ਕਹਿੰਦੇ ਫਿਰ ਵੀ ਇਹਦਾ ਕੋਈ ਯਤਨ ਫਤਨ? ਕਹਿੰਦੇ ਜੀ ਕੋਈ ਸਾਰੇ ਕਹਿੰਦੇ ਵੀ ਇਹ ਯਤਨ ਤਾਂ ਜਿਹੜਾ ਇਹਦੇ ਮਗਰ ਲੱਗਿਆ ਉਹ ਨਹੀਂ ਪਤਾ ਹੈ, ਬਾਕੀ ਨਹੀਂ ਉਹਦਾ ਪਤਾ ਹੈ। ਫਿਰ ਸਮਝ ਗਏ ਨਾ ਵੀ ਜਿਹੜਾ ਉਹ ਖੂਹ ਤੇ ਗੱਲ ਕਰਦੇ ਸੀ ਨਾ ਉਹੀ ਹੋਣਾ ਹੈ। ਫਿਰ ਕਹਿੰਦਾ ਵੀ ਹਾਂ ਪਰਮੇਸ਼ਰ ਦੀ ਕਿਰਪਾ ਨਾਲ ਬਈ ਇਹ ਇਲਾਜ ਹੋ ਜਾਏਗਾ, ਮਹਾਰਾਜ ਕਿਰਪਾ ਕਰਨਗੇ। ਆ ਵੀ ਇਸ ਕਿਸਮ ਦਾ ਕਬੂਤਰ ਤੁਸੀਂ ਲੱਭੋ। ਹੁਣ ਰਾਜਾ ਹੈ, ਉਹਨੂੰ ਕੀ ਹੈ, ਝੱਟ ਲੱਭ ਲਿਆ ਏ ਨੌਕਰ ਚਾਕਰ। ਕਹਿੰਦੇ ਲਓ ਵੀ ਜਦੋਂ ਇਹ ਬਿੱਠ ਜੀ ਕਰੇ ਨਾ ਉਹ ਸੰਭਾਲ ਕੇ ਰੱਖਿਓ, ਫਿਰ ਆਪਾਂ ਯਤਨ ਕਰਾਂਗੇ। ਹੋਰ ਜਦੋਂ ਇਹ ਸੰਭਾਲ ਲਈ ਹੈ ਤਾਂ ਫਿਰ ਜਿਵੇਂ ਉਹ ਗੱਲਬਾਤ ਹੋਈ ਸੀ ਉਹਦੀ ਦਿਓ ਦੀ ਉੱਥੇ, ਕਹਿੰਦੇ ਲਓ ਵੀ ਇਹ ਅੱਗ ਜੀ ਲਿਆ ਕੇ ਨਾ ਇਹਦੀ ਧੂਣੀ ਦਿਓ ਲੜਕੀ ਨੂੰ, ਸ਼ਾਇਦ ਵੀ ਠੀਕ ਹੋ ਜਾਏ। ਉਹ ਜਿਹਨਾਂ ਦਿੱਤੀ ਉਹਦੀ ਆਣ ਸੀ ਤੇ ਬਸ ਚੰਗਾ ਮਾਰਦਾ ਭੱਜ ਗਿਆ ਹੈ, ਨਿਕਲ ਗਿਆ ਹੈ। ਫਿਰ ਉਸ ਤੋਂ ਬਾਅਦ ਇੱਧਰ ਜਿਹੜਾ ਮਨਮੁਖ ਹੈ ਨਾ ਇਹ ਵੀ ਉਸੇ ਸ਼ਹਿਰ ਵਿੱਚ ਆ ਗਿਆ ਹੈ, ਤੇ ਉਧਰ ਜਿਹੜਾ ਇਹ ਗੁਰਮੁਖ ਹੈ ਇਹਦਾ ਬੜਾ ਰਾਜਾ ਸਤਿਕਾਰ ਕਰਦਾ ਹੈ। ਅਖੀਰੀ ਆਪਣੇ ਪਰਿਵਾਰ ਨਾਲ ਵਿਚਾਰ ਕਰਕੇ ਵੀ ਇਹ ਜਿਹੜਾ ਗੁਰਮੁਖ ਹੈ ਵੀ ਦੇਖੋ ਇੱਥੇ ਕਿੰਨੇ ਹਜ਼ਾਰਾਂ ਆਏ ਹੈ, ਕਿਸੇ ਤੋਂ ਇਲਾਜ ਨਹੀਂ ਹੋਇਆ ਹੈ, ਠੀਕ ਨਹੀਂ ਹੋਇਆ ਹੈ। ਕਿਉਂ ਨਾ ਹੋਵੇ ਆਪਣੀ ਜਿਹੜੀ ਲੜਕੀ ਹੈ ਇਹਦੇ ਲੜ ਲਾ ਦਿੱਤੀ ਜਾਏ, ਇਹਦੇ ਨਾਲ ਇਹਦੀ ਸ਼ਾਦੀ ਕਰਦੇ, ਹੋਰ ਆਪਣਾ ਕੋਈ ਬੱਚਾ ਨਹੀਂ ਹੈ, ਰਾਜ ਭਾਗ ਦਾ ਮਾਲਕ ਵੀ ਇਹਨੂੰ ਬਣਾ ਦਿੱਤਾ ਜਾਏ, ਇਹ ਕਸਰ ਮਸਰ ਫੇਰ ਵੀ ਹੋ ਸਕਦੀ ਹੈ, ਇਹ ਇਲਾਜ ਤਾਂ ਕਰ ਲਏਗਾ, ਹੋਰ ਨੂੰ ਕਰਨਾ ਔਖਾ ਹੈ। ਪਰ ਗੁਰਮੁਖ ਭਗਤੀ ਵਾਲਾ ਮੰਨਦਾ ਤਾਂ ਹੈ ਨਹੀਂ ਸੀ, ਜ਼ਿਆਦਾ ਕਹਿਣ ਲੱਗ ਪਏ। ਕਹਿੰਦੇ ਵੀ ਚੰਗਾ ਰਾਜਾ ਤੇਰੀ ਐਸੀ ਜਿਵੇਂ ਰਜਾ ਉਵੇਂ ਕਰ ਲੈ। ਇਸ ਤਰ੍ਹਾਂ ਉਹ ਸ਼ਾਦੀ ਕਰ ਦਿੱਤੀ ਹੈ, ਰਾਜ ਭਾਗ ਦਾ ਮਾਲਕ ਵੀ ਇਹਨੂੰ ਬਣਾ ਦਿੱਤਾ ਹੈ। ਤੇ ਜਿਵੇਂ ਫਿਰ ਇਹ ਕਹਿੰਦਾ ਹੈ ਉਵੇਂ ਰਾਜਾ 7 ਵਚਨ ਕਹਿ ਕੇ ਕਹੀ ਜਾਂਦਾ ਹੈ। ਇਧਰ ਉਹ ਜਿਹੜਾ ਮਨਮੁਖ ਹੈ ਜਦੋਂ ਕਿਤੇ ਉਹ ਸਭਾ ਲੱਗੀ ਹੈ ਵੀ ਵਿੱਚੇ ਚਲਿਆ ਗਿਆ ਹੈ। ਹੁਣ ਉਹ ਜਿਹੜਾ ਗੁਰਮੁਖ ਹੈ ਰਾਜੇ ਦੇ ਕੋਲ ਬੈਠਾ ਹੈ ਤਖਤ ਤੇ, ਜਦੋਂ ਇਹਦੇ ਤੇ ਗਈ ਹੈ ਨਿਗਾਹ ਜੀ ਮਨਮੁਖ ਤੇ, ਇਹ 2 ਨੂੰ ਭੇਜਿਆ ਵੀ ਉਹਨੂੰ ਕੋਲੇ ਲਿਆਓ, ਇੱਥੇ ਬਿਠਾਉਣਾ ਹੈ ਉਹਨੂੰ। ਉਹ ਗਏ ਨੇ, ਝਟਪਟ ਲਿਆਂਦਾ ਹੈ। ਇਹ ਤਾਂ ਮਾਪੇ ਮਰ ਗਏ ਵੀ ਇਹ ਹੁਣ ਰਾਜੇ ਕੋਲ ਬੈਠਾ ਹੈ, ਮਰਵਾਊਗਾ। ਉਹ ਬਹੁਤ ਸਤਿਕਾਰ ਕਰੇਗਾ, ਕਿਉਂਕਿ ਉਹ ਤਾਂ ਦੂਜਾ ਦੇਖਦਾ ਨਾ ਵੀ ਇਹਨੇ ਇੱਥੇ ਮੈਨੂੰ ਸਿੱਟਿਆ ਸੀ ਤਾਂ ਹੀ ਮੈਨੂੰ ਆਹ ਕੁਛ ਮਿਲਿਆ ਹੈ, ਜੇ ਇੱਥੇ ਖੂਹ 'ਚ ਨਾ ਸਿੱਟਦਾ ਆਹ ਗੱਲ ਮੈਂ ਸੁਣਨੀ ਨਹੀਂ ਸੀ, ਆਹ ਰਾਜ ਭਾਗ ਮੈਨੂੰ ਨਹੀਂ ਮਿਲਣਾ ਸੀ। ਇਹਦੇ ਰਾਹੀਂ ਇਹ ਸਾਰਾ ਕੁਛ ਹੈ ਤਾਂ ਭਾਵੇਂ ਇਹਨੇ ਮਾੜਾ ਕੀਤਾ ਸੀ, ਮੇਰੇ ਲਈ ਤਾਂ ਚੰਗਾ ਹੋ ਗਿਆ ਨਾ।
ਤੇ ਇਹਦਾ ਇਹ ਪਰਪਕਾਰ ਹੈ। ਉਹਦੀ ਬੜੀ ਆਗਤ ਭਾਗਤ ਕੀਤੀ, 2-4 ਨੌਕਰ ਚਾਕਰ ਲਾ ਦਿੱਤੇ, ਕਹਿੰਦੇ ਵੀ ਇਹਦਾ ਜੋ ਚਾਹੁੰਦਾ ਉਹੀ ਇਹਨੂੰ ਦੇਣਾ ਹੈ। ਉਹ ਜਾਣ ਲਈ ਕਹੇ, ਗੁਰੂ ਕਵੇ ਨਹੀਂ ਵੀ 5-7 ਦਿਨ ਇੱਥੇ ਰਹਿਣਾ ਹੈ। ਉਹਨੂੰ ਇਹ ਡਰ ਵੀ ਇਹ ਮਰਵਾਊਗਾ, ਉਹਦੇ ਮਨ ਵਿੱਚ ਕੋਈ ਐਸਾ ਹੈ ਨਹੀਂ ਇਹ ਖਿਆਲ। ਅਖੀਰੀ ਜਦੋਂ ਬਹੁਤਾ ਮਿਹਨਤਾਂ ਤਰਲੇ ਜੇ ਕਰਨ ਲੱਗੇ ਵੀ ਜਾਣਾ ਹੀ ਜਾਣਾ ਹੈ, ਫਿਰ ਰਾਜੇ ਨੂੰ ਕਹਿਣ ਲੱਗਾ ਵੀ ਇਹ ਮੇਰਾ ਬਹੁਤ ਵੱਡਾ ਮਿੱਤਰ ਹੈ, ਵੀ ਇਹਨੂੰ ਕੁਝ ਨਾ ਕੁਝ ਮਾਇਆ ਵੀ ਨਾਲ ਦੇ ਕੇ ਭੇਜਣਾ ਚਾਹੀਦਾ ਹੈ। ਇਹ ਮਾਇਆ ਦੀਆਂ ਥੈਲੀਆਂ ਖੁਰਜੀਆਂ ਖੱਚਰਾਂ ਤੇ ਲਦਵਾ ਕੇ ਤੇ ਨਾਲ ਵੀ ਆਪਣੇ ਨੌਕਰ ਚਾਕਰ ਵੀ ਸਹੁਰੇ ਦੇ ਘਰੇ ਪਹੁੰਚਾ ਆਏ। ਰਾਜੇ ਨੂੰ ਜਿਵੇਂ ਕਿਹਾ ਉਵੇਂ ਕਰ ਕਰਾ ਦਿੱਤਾ ਹੈ। ਅੰਨੀਆਂ ਖੱਚਰਾਂ ਲੱਦੀਆਂ, ਨਾਲ ਨੌਕਰ ਚਾਕਰ ਤੋਰ ਤੇ ਕਹਿੰਦੇ ਵੀ ਜਿੱਥੇ ਜਾਵੇ ਉੱਥੇ ਪਹੁੰਚਾਓ।